ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਪੰਜਾਬ ਅੱਡਾ 24/7 ਤੇ ਮੇਰਾ ਨਾਮ ਹੈ ਗਗਨ ਤੇ ਸਵਾਗਤ ਹੈ ਤੁਸੀਂ ਸਾਰਿਆਂ ਦਾ ਦ ਜੀਐਸਟੀ ਸ਼ੋਅ ਦੇ ਦੂਜੇ ਐਪੀਸੋਡ ਦੇ ਵਿੱਚ ਭਾਗ 2 ਪਹਿਲੇ ਭਾਗ ਵਿੱਚ ਆਪਾਂ ਕੀਤਾ ਸੀਗਾ ਵਰਲਡ ਚੈਂਪੀਅਨਸ਼ਿਪ ਜਿਹੜਾ ਫਾਈਨਲ ਹੋਏ ਸੀਗੇ ਇੰਡੀਆ ਵਿੱਚ ਜਿਹਦੇ ਵਿੱਚ 4 ਇੰਡੀਆ ਦੀ ਕੁੜੀਆਂ ਨੇ 골ਡ ਮੈਡਲ ਜਿੱਤੇ ਸੀਗੇ ਉਹਨਾਂ ਦੇ ਅਸੀਂ ਨਾਮ ਉਹਨਾਂ ਦੀ ਕੈਟੇਗਰੀਆਂ ਉਹਨਾਂ ਨੇ ਕਿਹਨੂੰ ਹਰਾਇਆ ਤੇ ਜਿਹਨੂੰ ਹਰਾਇਆ ਉਹ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਨੇ ਆਪਾਂ ਇਹ 4 ਦੀ 4 ਚੀਜ਼ਾਂ ਯਾਦ ਕਰ ਲਈਆਂ ਸੀਗੀਆਂ ਪਿਛਲੇ ਐਪੀਸੋਡ 'ਚ ਯਾਨੀ ਕਿ ਭਾਗ 1 'ਚ ਉਹ ਇਸੇ ਚੈਨਲ ਉੱਤੇ ਪਿਆ ਹੋਇਆ ਅਲੱਗ ਪਲੇਲਿਸਟ ਬਣ ਚੁੱਕੀ ਹੈ। ਅੱਜ ਹੈ ਜਿਹਦਾ ਦੂਜਾ ਭਾਗ ਜਿਹਦੇ ਵਿੱਚ ਆਪਾਂ ਯਾਦ ਕਰਾਂਗੇ G20 ਦੀ ਕੰਟਰੀਆਂ ਨੂੰ ਕਿੱਦਾਂ ਚੇਤੇ ਰੱਖਣਾ ਹੈ, ਭਲਾ G7 ਦੀ ਕੰਟਰੀਆਂ ਵਿੱਚ ਕੀ ਹੋਇਆ, ਇਹ ਸੇਮ ਨੇ ਕਿ ਨਹੀਂ। ਫਿਰ ਆਪਾਂ ਪੜਾਂਗੇ ਆਸੀਆਨ ਕੀ ਹੁੰਦਾ ਹੈ, ਇਹਦੇ ਵਿੱਚ ਵੀ ਕੰਟਰੀਆਂ ਨੇ ਤੇ ਸਾਰਕ ਵਿੱਚ ਵੀ ਕੰਟਰੀਆਂ ਨੇ, ਕਿਉਂਕਿ ਪੇਪਰ 'ਚ ਅਕਸਰ ਇੱਕ ਛੋਟਾ ਜਿਹਾ ਨੰਨਾ ਮੁੰਨਾ ਜਿਹਾ ਚੁੰਨੂ ਮੁੰਨੂ ਜਿਹਾ ਸਵਾਲ ਆ ਜਾਂਦਾ ਹੁੰਦਾ ਵੀ ਦੱਸੋ ਭਾਜੀ ਇਹਨਾਂ ਵਿੱਚੋਂ ਕਿਹੜੀ ਕੰਟਰੀ ਸਾਰਕ ਦਾ ਮੈਂਬਰ ਨਹੀਂ ਹੈ, ਕਿਹੜੀ ਕੰਟਰੀ G20 ਦਾ ਮੈਂਬਰ ਨਹੀਂ ਹੈ। ਤੇ ਇਸ ਵਾਰ ਤਾਂ ਭਾਜੀ ਪ੍ਰਧਾਨਗੀ ਵੀ ਆਪਣੇ ਕੋਲ ਹੈ, ਇਸ ਵਾਰ ਨਹੀਂ ਸਵਾਲ ਆਇਆ ਫਿਰ ਕਦੋਂ ਆਊਗਾ। ਤਾਂ ਜੀ ਫਟਾਫਟ ਸੈਸ਼ਨ ਨੂੰ ਸ਼ੇਅਰ ਕਰ ਦਿਓ, ਫਟਾਫਟ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਵੀ G20 ਦੀ ਕੰਟਰੀਆਂ, G7 ਦੀਆਂ ਕੰਟਰੀਆਂ, ਆਸੀਆਨ ਤੇ ਸਾਰਕ ਦੀਆਂ ਕੰਟਰੀਆਂ। ਇਹ ਗਾਰੰਟੀ ਹੈ ਇਸ ਕਲਾਸ ਤੋਂ ਬਾਅਦ ਤੁਹਾਨੂੰ ਇਹਨਾਂ 4 ਦੀ ਕੰਟਰੀਆਂ ਵਿੱਚ ਕਦੇ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ। ਤਾਂ ਜੀ ਕਲਾਸ ਨੂੰ ਕਰਦੇ ਹਾਂ ਸ਼ੁਰੂ, ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ। ਚਲੋ ਸ਼ੁਰੂਆਤ ਕਰਦੇ ਆਪਾਂ G20 ਨਾਲ। ਤਾਂ G20 ਤੁਹਾਨੂੰ ਪਤਾ ਜਿੱਦਾਂ ਇੰਡੀਆ ਵਿੱਚ ਹੋ ਰਿਹਾ ਹੈ, 18ਵਾਂ ਐਡੀਸ਼ਨ ਹੋ ਰਿਹਾ ਹੈ। ਥੀਮ ਹੈ ਇਸ ਵਾਰ ਦੀ ਵਸੁਧੈਵ ਕੁਟੁੰਬਕਮ ਯਾਨੀ ਵਨ ਅਰਥ ਵਨ ਫੈਮਿਲੀ ਤੇ ਵਨ ਫਿਊਚਰ। ਬਹੁਤ ਵਧੀਆ। ਹੁਣ 20 ਕੰਟਰੀਆਂ ਨੇ, ਨਹੀਂ ਭਾਜੀ 20 ਕੰਟਰੀਆਂ ਨਹੀਂ ਨੇ, ਇਹਦੇ ਵਿੱਚ ਨੇ 19 ਕੰਟਰੀਆਂ ਤੇ ਇੱਕ ਯੂਰੋਪੀਅਨ ਯੂਨੀਅਨ 20 ਮੈਂਬਰ ਨੇ। ਤਾਂ ਉਹਨਾਂ ਨੂੰ ਆਪਾਂ ਕਿੱਦਾਂ ਯਾਦ ਕਰਾਂਗੇ, ਬਹੁਤ ਸਾਰਾ ਹੋ ਜਾਂਦਾ ਹੈ। ਦੇਖੋ ਪਹਿਲੀ ਵਾਰ 'ਚ ਨਹੀਂ ਯਾਦ ਹੋਊਗਾ, ਇਹ ਮੈਂ ਵੀ ਕਹਿਣਾ, ਮੈਨੂੰ ਵੀ ਪਹਿਲੀ ਵਾਰ 'ਚ ਯਾਦ ਨਹੀਂ ਹੋਇਆ, ਮੈਂ 2-3 ਵਾਰ ਪੜ੍ਹਿਆ ਫਿਰ 1-2 ਵਾਰ ਲਿਖ ਕੇ ਦੇਖਿਆ ਤਾਂ ਚੇਤੇ ਰਿਹਾ। ਤੁਸੀਂ ਵੀ ਇਦਾਂ ਹੀ ਕਰਨਾ। ਹਜੇ ਦੇਖੋ ਤੁਸੀਂ ਟ੍ਰਿਕ, ਤਾਂ ਟ੍ਰਿਕ ਹੋ ਜਾਂਦੀ है ਇਹ, गुरु जी सीता अब SSC FCI में काम करती है। FCI क्या है, फूड कॉरपोरेशन ऑफ इंडिया। SSC क्या है, ਜਿਹੜਾ SSC CGL ਹੁੰਦਾ, SSC CPO, SSC MT, SSC CGD, ਉਹ ਵਾਲਾ SSC। ਸਰ ਯਾਰ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਬਸ ਤੁਹਾਨੂੰ ਕਰਨਾ ਕੀ ਹੈ, ਇਹਦੇ ਵਿੱਚ 2 ਚੀਜ਼ਾਂ ਧਿਆਨ ਰੱਖਣੀਆਂ ਜਿਹਦੇ ਵਿੱਚ ਮੈਂ ਵੀ ਕਨਫਿਊਜ਼ ਹੋਇਆ ਸੀਗਾ ਤੇ ਤੁਸੀਂ ਵੀ ਹੋ ਸਕਦੇ ਹੋ। ਇੱਕ ਤਾਂ I ਨਾਲ ਇਹਦੇ ਵਿੱਚ ਨੇ 3 ਕੰਟਰੀਆਂ, I ਨਾਲ ਇੱਕ ਹੈ ਇੰਡੀਆ, I ਨਾਲ ਇੱਕ ਹੈ ਇਟਲੀ ਤੇ I ਨਾਲ ਇੱਕ ਹੋ ਜਾਂਦਾ ਹੈ ਇੰਡੋਨੇਸ਼ੀਆ। ਠੀਕ ਹੈ ਜੀ, ਇੱਕ ਤਾਂ I 3 ਨੇ, ਦੂਜਾ ਮੈਂ ਕਨਫਿਊਜ਼ ਹੋਇਆ ਸੀ ਇਹਦੇ ਵਿੱਚ S ਵਿੱਚ, S ਵੀ 3 ਨੇ ਇਹਦੇ ਵਿੱਚ। S ਤੋਂ ਇੱਕ ਹੋ ਗਿਆ ਸਾਊਦੀ ਅਰਬੀਆ, ਦੂਜਾ S ਤੋਂ ਹੋ ਗਿਆ ਸਾਊਥ ਅਫਰੀਕਾ ਤੇ ਤੀਜਾ S ਤੋਂ ਹੋ ਗਿਆ ਸਾਡੇ ਕੋਲ ਸਾਊਥ ਕੋਰੀਆ। ਬਸ ਇਹ 3 ਧਿਆਨ ਰੱਖਣੇ ਤੁਹਾਨੂੰ, ਇਹ ਦੋਨੇ ਜੇ ਇਹ ਚੇਤੇ ਹੋ ਗਏ ਤੁਹਾਨੂੰ ਅੱਗੇ ਤੋਂ ਬਾਅਦ ਟੈਨਸ਼ਨ ਹੀ ਨਹੀਂ ਪੈਣੀ, ਕਿਤੇ ਵੀ ਕਨਫਿਊਜ਼ ਨਹੀਂ ਹੋਵੋਗੇ। ਆਓ ਹੁਣ ਇੱਕ ਇੱਕ ਕਰਕੇ ਦੇਖਦੇ ਹਾਂ ਸਭ ਕੁਝ ਕੀ ਹੈ। ਤਾਂ ਜੀ ਗੁਰੂ ਤੋਂ ਕੀ ਹੋ ਸਕਦਾ, ਗੈਸ ਕਰੋਗੇ, ਗੈਸ ਕਰਨਾ ਚਾਹੋਗੇ? ਚਲੋ ਛੱਡੋ, ਦੇਖੋ ਜਰਮਨੀ ਭਾਜੀ, USA ਭਾਜੀ, ਰਸ਼ੀਆ ਭਾਜੀ, UK ਹੋ ਗਿਆ ਗੁਰੂ, GURU ਗੁਰੂ, ਜਰਮਨੀ USA ਰਸ਼ੀਆ UK। ਜੇ ਤੋਂ ਜਾਪਾਨ, ਜੇ I ਤੋਂ ਹੋ ਗਿਆ ਇਟਲੀ, ਪਹਿਲਾ I ਆ ਗਿਆ, ਦੇਖੋ ਪਹਿਲਾ I ਆ ਗਿਆ। फिर सीता, S तो सिंगापुर, अच्छा चलो साउथ सिंगापुर तो है ही नहीं, देखा ऐदा करके गलती हो जाती है। ਤਾਂ ਹੀ ਮੈਂ ਕਿਹਾ ਪਹਿਲਾਂ ਹੀ ਲਿਖ ਲੈਣਾ ਸਾਊਥ ਅਫਰੀਕਾ, ਸਾਊਥ ਕੋਰੀਆ ਤੇ ਸਾਊਦੀ ਅਰੇਬੀਆ। ਸਾਊਥ ਅਫਰੀਕਾ ਆ ਗਿਆ, ਫਿਰ ਦੂਜਾ I ਆ ਗਿਆ ਜੀ ਇੰਡੀਆ, T ਤੋਂ ਟਰਕੀ ਤੇ A ਤੋਂ ਹੋ ਗਿਆ ਆਸਟ੍ਰੇਲੀਆ ਤੇ ਟਰਕੀ ਦਾ ਨਾਮ ਬਦਲ ਚੁੱਕਾ, ਤੁਹਾਨੂੰ ਪਤਾ ਹੋਗਾ ਤੁਰਕੀਏ। ਫਿਰ ਦੂਜਾ SSC ਆ ਗਿਆ, ਹੁਣ SS ਸਾਰੇ ਨਿਬੇੜ ਦੋ, ਸਾਊਥ ਅਫਰੀਕਾ ਹੋ ਗਿਆ, ਸਾਊਥ ਕੋਰੀਆ ਵੀ ਹੋ ਗਿਆ ਤੇ ਸਾਊਦੀ ਅਰੇਬੀਆ ਵੀ ਹੋ ਗਿਆ। ਉਹ ਪਹਿਲਾਂ A ਵੀ ਰਹਿ ਗਿਆ, ਸੌਰੀ, A ਤੋਂ ਅਰਜਨਟੀਨਾ ਤੇ B ਤੋਂ ਹੋ ਗਿਆ ਬ੍ਰਾਜ਼ੀਲ। ਬਹੁਤ ਹੀ ਸਿੰਪਲ। B ਤੋਂ ਕਿੰਨੀਆਂ ਕੰਟਰੀ ਤੁਹਾਨੂੰ ਪਤਾ ਹੈ, ਮੈਨੂੰ ਤਾਂ ਪਤਾ ਵੀ ਨਹੀਂ, ਮੈਨੂੰ ਤਾਂ ਸਿਰਫ ਬ੍ਰਾਜ਼ੀਲ ਪਤਾ ਹੈ B ਤੋਂ। B ਤੋਂ ਦੂਜਾ ਮੈਨੂੰ ਭੁਵਨੇਸ਼ਵਰ ਪਤਾ ਹੈ, ਬੰਬੇ ਪਤਾ ਹੈ ਨਾ। SSC ਸਾਰੇ S ਨਿਬੇੜ ਦੋ, ਸਾਊਥ ਕੋਰੀਆ, ਸਾਊਦ ਅਰੇਬੀਆ ਤੇ C ਤੋਂ ਚਾਈਨਾ। ਹੁਣ ਧਿਆਨ ਰੱਖਿਆ ਜੇ, ਦੇਖੋ ਸਾਊਥ ਅਫਰੀਕਾ, ਸਾਊਥ ਕੋਰੀਆ, ਸਾਊਦੀ ਅਰੇਬੀਆ, ਸਿੰਗਾਪੁਰ ਨਹੀਂ ਹੈ। ਮੈਂ ਵੀ ਕਨਫਿਊਜ਼ ਹੋ ਗਿਆ, ਦੇਖਿਆ ਹੁਣ ਇੰਨੇ ਪੜ੍ਹਨ ਤੋਂ ਬਾਅਦ ਵੀ। ਫਿਰ ਅੱਗੇ FCI, F ਤੋਂ ਫਰਾਂਸ, ਦੂਜਾ C ਕੀ ਹੋ ਸਕਦਾ, ਲੈ ਜਾ ਜਿੱਥੇ ਪੈਂਦੀ ਹੈ ਸਨੋ ਵੇ, ਕਿੱਥੇ ਪੈਂਦੀ ਹੈ ਸਨੋ ਭਾਜੀ, ਕੈਨੇਡਾ ਪੈਂਦੀ ਹੈ ਸਨੋ, ਕੈਨੇਡਾ। ਤੇ I ਤੀਜਾ ਰਹਿ ਗਿਆ, ਇੱਕ ਇਟਲੀ, ਇੱਕ ਇੰਡੀਆ, ਤੀਜਾ ਭਾਜੀ ਇੰਡੋਨੇਸ਼ੀਆ ਰਹਿ ਗਿਆ। M ਤੋਂ ਹੋ ਗਿਆ ਮਹੀਕੋ ਯਾਨੀ ਕਿ ਮਕਸੀਕੋ, ਚਲੀਏ ਕਰਨ ਔਜਲੇ ਵਾਲਾ, ਤੇ E ਤੋਂ ਹੋਗਾ ਯੂਰੋਪੀਅਨ ਯੂਨੀਅਨ। ਤਾਂ ਜੀ ਇਹ ਰਹੀ ਜੀ 20 ਮੈਂਬਰ, 19 ਕੰਟਰੀਆਂ ਤੇ ਇੱਕ ਹੋਗਾ ਯੂਰੋਪੀਅਨ ਯੂਨੀਅਨ। ਪਹਿਲੀ ਵਾਰ 'ਚ ਨਹੀਂ ਯਾਦ ਹੋਊਗਾ, ਇੱਕ ਰਿਕੁਐਸਟ ਕਰਦਾ ਭਾਜੀ ਲਿਖ ਲਿਓ ਇਹਨੂੰ ਭੈਣ ਜੀਓ, ਲਿਖ ਕੇ ਕਰੋ, ਯਾਦ ਹੋਊਗਾ ਜ਼ਿਆਦਾ, ਲਿਖ ਲਿਓ ਇਹਨਾਂ ਨੂੰ। ਇਹ ਤੋਂ ਵਧੀਆ ਟ੍ਰਿਕ ਕहीं नहीं मिलूगी। ये ट्रिक पढ़ के बच्चे ऑलरेडी याद कर चुके ने, तो तुसी भी याद करोगे। ठीक है, चलो बढ़िया लगे तो लाइक करी जाओ। हुण अगली ट्रिक आपां करन जा रहे हैं जी सार्क बारे। पहला सार्क दी फुल फॉर्म साउथ एशियन एसोसीएशन फॉर रीजनल कोऑपरेशन। तो साउथ एशिया है, ये यानी कि इंडिया वाला जिहड़ा एरिया है, तो ये मैंबर तुसी देख ही सकते हो 8 मैंबर ने।
ਤਾਂ ਇਹਨਾਂ ਲਈ ਵੀ ਟ੍ਰਿਕ ਬਹੁਤ ਹੀ ਸੋਹਣੀ ਟ੍ਰਿਕ ਤਿਆਰ ਹੈ ਜੀ। ਟ੍ਰਿਕ ਹੈ ਜੀ MBBS ਪੇਨ। ਹੁਣ ਜਿਹੜੇ ਵਿਚਾਰੇ ਡਾਕਟਰੀ ਦੀ ਪੜ੍ਹਾਈ ਕਰਦੇ ਨੇ 5 ਸਾਲ ਪਹਿਲਾਂ ਪੜ੍ਹਨਗੇ, MBBS ਕਰਨਗੇ, ਫਿਰ MD ਕਰਦੇ ਨੇ, DM ਕਰਦੇ ਨੇ, ਮਤਲਬ ਕਿ 10-15 ਸਾਲ ਜ਼ਿੰਦਗੀ ਦੇ ਪੜ੍ਹਾਈ ਵਿੱਚ ਨਿਕਲ ਜਾਂਦੇ ਨੇ। ਤੇ ਦੁੱਖ ਉਹ ਸ਼ੁਰੂ ਕਿੱਥੋਂ ਹੁੰਦਾ? ਉਹ ਦੁੱਖ ਸ਼ੁਰੂ ਹੁੰਦਾ ਜੀ MBBS ਤੋਂ। ਤਾਂ ਕਹਿੰਦੇ MBBS ਕਰਦੇ ਹੋਏ पेन ही बहुत है, दुख ही बहुत है। बस ऐदा याद कर देना। M तो मालदीव, B तो बांग्लादेश, B तो भूटान ते S तो श्रीलंका, P तो पाकिस्तान, A तो अफगानिस्तान, I तो इंडिया ते N तो हो गया नेपाल। ऐदा ध्यान रखना है। ये देख रहे हो अपने नेड़े तेड़े दियां कंट्रीज ने सारियां, बिल्कुल अपने नेड़े तेड़े दियां कंट्रीज ने। बस मालदीव्स है एक, ਇਹਦੇ ਵਿੱਚ ਕਨਫਿਊਜ਼ ਨਾ ਹੋਇਓ। ਮਾਲਦੀਵਸ, ਮੌਰੀਸ਼ੀਅਸ ਤੇ ਮਿਆਂਮਾਰ, ਇੱਥੇ ਮਾਲਦੀਵਸ ਪੈਂਦਾ ਹੈ, ਠੀਕ ਹੈ ਜੀ। ਤੇ ਵਧੀਆ ਆਵੇਂ ਜਿੱਦਾਂ ਕਿ ਹਾਂ ਆਹ ਦੇਖੋ ਜੀ ਮੈਪ ਹੈ ਆਪਣਾ, ਆਪਣੇ ਨੇੜੇ ਤੇੜੇ ਸ਼੍ਰੀਲੰਕਾ, ਬਾਂਗਲਾਦੇਸ਼, ਭੂਟਾਨ, ਨੇਪਾਲ, ਪਾਕਿਸਤਾਨ, ਅਫਗਾਨਿਸਤਾਨ ਤੇ ਥੱਲੇ ਰਿਹਾ ਮਾਲਦੀਵਸ। ਇਹ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲੋਗੇ ਕਿ MBBS ਕਰਦੇ ਹੋਏ ਦੁੱਖ ਦਰਦ ਪੀੜਾ ਬਹੁਤ ਹੋਈ ਤੇ ਇੱਥੇ ਆਪਾਂ ਦੁੱਖ ਦਰਦ ਪੀੜਾ ਆਪਣੀ ਦੂਰ ਕਰ ਲਈ। ਹੋ ਗਿਆ ਸਾਰਕ। ਵੀਡੀਓ ਨੂੰ ਲਾਈਕ ਕਰੀ ਚੱਲੋ, ਤੁਹਾਨੂੰ ਵੀ ਪਤਾ ਬਹੁਤ ਵਧੀਆ ट्रिक्स है ये। मैनू अपने उत्ते कॉन्फिडेंस बहुत है क्योंकि बच्चे नू बहुतों नू याद कराई है चीज़ ये। चलो लास्ट चलते आप आशियान पिछे। हुण आ की है, ਇਹਦਾ ਭਾਰਤ ਮੈਂਬਰ ਨਹੀਂ ਹੈ, ਇਹ ਹੈ ਜੀ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ। ਮਤਲਬ ਇੰਡੀਆ ਜੇ ਇੱਥੇ ਹੈ, ਇੰਡੀਆ ਦੇ ਇਸ ਪਾਸੇ ਜਿਹੜੇ ਕੰਟਰੀਜ਼ ਨੇ, ਮਿਆਂਮਾਰ ਵਰਗੀਆਂ ਕੰਟਰੀਜ਼ ਨੇ, ਉਹ ਸਾਰੀਆਂ, ਵੀਅਤਨਾਮ, ਬੈਂਕਾਕ, ਥਾਈਲੈਂਡ, ਉਹ ਵਾਲੀ ਕੰਟਰੀਜ਼ ਨੇ ਜਿਹੜੀਆਂ। ਤਾਂ ਇਹਨਾਂ ਬਾਰੇ ਟ੍ਰਿਕ ਯਾਦ ਕਰਦੇ ਹਾਂ। ਤਾਂ ਦੁਬਾਰਾ MBBS ਤੋਂ ਹੀ ਰਿਲੇਟਿਡ ਹੈ। ਟ੍ਰਿਕ ਬਣ ਜਾਂਦੀ ਹੈ ਜੀ TV ਕਲਿੱਪ ਆਫ MBBS। TV ਕਲਿੱਪ ਆਫ MBBS ਕਰਕੇ ਆਪਾਂ ਟ੍ਰਿਕ ਬਣਾਈ ਹੈ, TV ਕਲਿੱਪ ਆਫ MBBS। ਦੁਬਾਰੇ ਪਹਿਲੀ ਵਾਰ ਚ ਯਾਦ नहीं होगा। आ जाओ। T तो थाईलैंड, V तो वियतनाम, C तो कंबोडिया, L तो लाओस, I तो इंडोनेशिया, P तो फिलीपींस, ऑफ तो कुछ नहीं, M तो मलेशिया। ਤੇ ਜਿਹੜਾ ਮਿਆਂਮਾਰ ਸੀ ਨਾ, ਮਿਆਂਮਾਰ ਦਾ ਪੁਰਾਣਾ ਨਾਮ ਹੁੰਦਾ ਸੀਗਾ ਬਰਮਾ, ਤਾਂ ਆਪਾਂ ਇੱਥੇ ਬਰਮਾ ਲਿਖਿਆ ਹੋਇਆ, ਬਰਮਾ ਯਾਨੀ ਕਿ ਮਿਆਂਮਾਰ। B ਤੋਂ ਬਰੂਨਈ ਤੇ S ਤੋਂ ਹੋ ਗਿਆ ਸਿੰਗਾਪੁਰ। ਆਹ ਦੇਖੋ ਜੀ ਐਦਾਂ ਯਾਦ ਹੋ ਜਾਊਗੀ। ਤਾਂ ਇਹਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ? ਇਹਦੇ ਵਿੱਚ ਪਹਿਲਾਂ ਸੀਗੇ 10 ਮੈਂਬਰ। ਇਹ ਤੁਸੀਂ ਦੇਖ ਹੀ ਸਕਦੇ ਹੋ ਇਹ ਕਿੰਨੇ ਨੇ, ਇਹਨੇ ਟੋਟਲ 10 ਮੈਂਬਰ। ਲੇਕਿਨ ਹੁਣ ਰੀਸੈਂਟਲੀ ਇੱਕ ਨਵਾਂ ਮੈਂਬਰ ਐਡ ਹੋ ਚੁੱਕਾ ਹੈ ਤੇ ਇਹ ਹੋ ਚੁੱਕੇ ਨੇ ਟੋਟਲ 11 ਤੇ 11ਵੇਂ ਮੈਂਬਰ ਦਾ ਝੰਡਾ ਹੈ ਇਹ। ਐਨੀ ਗੈਸਿਸ ਮੈਂ ਲਿਖ ਕੇ ਦੇਣਾ, ਕੋਈ ਗੈਸ ਕਰ ਹੀ ਨਹੀਂ ਸਕਦਾ, सवाल ही नहीं उठता, ठीक है। तो यह जवाब हो जाता 11वां है जोड़ा, वो है जी तिमोर लेस्ट या फिर ईस्ट तिमोर के नाम तो इनू जानिया जाता है। तो देख लो जी इस क्लास च आपां 3 कर ले, किहड़े आपां भला 3 कर ले। आपां कर लिया सर G20 के सारे देश, आपां कर ले सर सार्क के सारे देश, आपां कर ले सर आशियान के सारे देश। हजे रहिंदा की है? रहिंदा है साडे कोल G7। ये तो सौखा ही बहुत है, G7 रहिंदा है। ਤਾਂ ਇਸ ਸਾਲ ਹੀਰੋਸ਼ੀਮਾ ਵਿੱਚ ਹੋਣਾ ਹੈ। अब ਵਿੱਚ ਗੋਲਾ ਦੇਖ ਰਹੇ ਹੋ ਜਾਪਾਨ ਦਾ ਝੰਡਾ, ਯਾਨੀ ਕਿ ਜਾਪਾਨ 'ਚ ਹੋਣਾ ਇਸ ਸਾਲ G7 ਦੀ ਮੀਟਿੰਗ। ਹੁਣ 7 ਦਾ ਮਤਲਬ ਇਹਦੇ ਵਿੱਚ 7 ਕੰਟਰੀ ਨੇ, ਇਹਦੇ ਵਿੱਚ ਕੁਝ ਨਹੀਂ ਵੀ 6 ਕੰਟਰੀ ਇੱਕ ਆਰਗੇਨਾਈਜੇਸ਼ਨ, ਨਹੀਂ, ਇਹਦੇ ਵਿੱਚ 7 ਹੀ ਮੈਂਬਰ ਨੇ। ਤਾਂ ਜੀ ਆਓ ਇਹਦੇ ਬਾਰੇ ਯਾਦ ਕਰਦੇ ਹਾਂ। ਇਹਦੀ ਟ੍ਰਿਕ ਬੜੀ ਸੋਹਣੀ ਹੈ। ਇਹਦੀ ਟ੍ਰਿਕ ਇੱਕ ਮੁੰਡੇ ਨੂੰ ਤਾਂ ਘੱਟੋ ਘੱਟ ਯਾਦ ਹੋ ਹੀ ਜਾਊਗੀ। ਇਹਦੀ ਟ੍ਰਿਕ ਹੈ ਜੀ ਜੂਸ ਗਰਲਫ੍ਰੈਂਡ। ਕਹਿੰਦੇ ਸਹੇਲੀ ਹੈ ਜਿਹੜੀ, ਸਹੇਲੀ ਬੜੀ ਹੈਲਥ ਕੌਨਸ਼ੀਅਸ ਹੈ, ਸਹੇਲੀ ਬੜੀ ਹੈਲਥ ਕੌਨਸ਼ੀਅਸ ਹੈ। ਉਹ ਗਾਣਾ ਨਹੀਂ ਸੀਗਾ, ਕਿਹੜਾ ਸੀਗਾ ਉਹ, ਡੋਲੇ ਫੁੱਲੇ ਰਹਿ ਗਏ, ਸੁਬਾਹ ਉੱਠ ਸ਼ੀਸ਼ੇ ਵਿੱਚ ਦੇਖ ਲੈਂਦੇ ਆ ਜੀ ਡੋਲੇ ਫੁੱਲੇ ਰਹਿ ਗਏ। ਤਾਂ ਉਹ ਜਾਂਦੇ ਸੀਗੇ ਜਿਮ, ਕੁੜੀ ਦੇਖਣ ਜਾਂਦੇ ਸੀਗੇ ਵਿਚਾਰੇ, ਕਰਦੇ ਮੁੰਡੇ, ਬਹੁਤ ਮੁੰਡੇ ਜਾਂਦੇ ਇੱਦਾਂ ਕਰਕੇ। ਬਸ ਫਿਰ ਉਹਨਾਂ ਦੀ ਸਹੇਲੀ ਬਣ ਗਈ ਉਹ, ਤੇ ਸਹੇਲੀ ਫਿਟਨੈਸ ਫਰੀਕ, ਤੇ ਸਹੇਲੀ ਨੂੰ ਜੂਸ ਪੀਣਾ ਬਹੁਤ ਪਸੰਦ। ਤਾਂ ਜੀ ਸਹੇਲੀ ਮੰਗਦੀ ਜੂਸ, ਕੋਈ ਮੰਗਦਾ ਗੁੱਚੀ, ਕੋਈ ਮੰਗਦਾ ਪਰਾਡਾ। ਅੱਖਾਂ ਉੱਤੇ ਤੇਰਿਆ ਪਰਾਡਾ ਸੱਜਣਾ, ਅਸੀਂ ਟਾਈਮ ਚੱਕਦੇ ਹਾਂ ਤੁਹਾਡਾ ਸੱਜਣਾ। ਇਹ ਕਹਿੰਦੀ ਮੈਨੂੰ ਤਾਂ ਜੂਸ ਪਿਲਾ ਦੇ, ਪਰਾਡਾ ਪਰੋਡਾ ਗਏ ਬਾਹਰ में। ਫਿਟਨੈਸ ਫਰੀਕ ਹੈ ਕੁੜੀ। ਤਾਂ ਬਸ ਜੇ ਤੋਂ ਜਾਪਾਨ, ਯੂ ਤੋਂ USA, I ਤੋਂ ਇਟਲੀ, C ਤੋਂ ਕੈਨੇਡਾ, E ਤੋਂ ਇੰਗਲੈਂਡ ਯਾਨੀ ਕਿ UK ਯੂਨਾਈਟਿਡ ਕਿੰਗਡਮ, G ਤੋਂ ਜਰਮਨੀ ਤੇ F ਤੋਂ ਹੋ ਗਿਆ ਫਰਾਂਸ। ਇਹ ਮੈਂ ਗਾਰੰਟੀ ਦਿੰਨਾ, ਇਸ ਕਲਾਸ ਤੋਂ ਬਾਅਦ 1-2 ਵਾਰ ਇਸ ਕਲਾਸ ਨੂੰ ਦੇਖ ਲਿਓ ਤੇ ਇਹ ਕਲਾਸ ਨੂੰ ਨੋਟ ਡਾਊਨ ਕਰ ਲਿਓ ਤੇ ਫਿਰ ਇੱਕ ਵਾਰ ਆਪਣੇ ਆਪ ਲਿਖ ਕੇ ਦੇਖੋ, ਗਾਰੰਟੀ ਦਿੰਨਾ ਜ਼ਿੰਦਗੀ ਭਰ ਨਹੀਂ ਭੁੱਲੋਗੇ। ਚਲ ਜ਼ਿੰਦਗੀ ਭਰ ਤੋਂ ਮੈਂ ਨਹੀਂ ਕਹਿ ਸਕਦਾ, ਭੁੱਲ ਸਕਦੇ ਹੋ ਯਾਰ, पेपर ਤੁਹਾਡਾ ਪਾਸ ਹੋ ਜਾਊਗਾ, ਇੰਨੀ ਗਾਰੰਟੀ ਜ਼ਰੂਰ ਹੈ। ਤੇ ਇਸ ਵਾਰ G20 ਤੋਂ ਸਵਾਲ ਆਊ, ਸਾਰਕ ਤੋਂ, ਏਸ਼ੀਆਨ ਤੋਂ, G7 ਤੋਂ, ਹਰ ਕਿਸੇ ਤੋਂ ਸਵਾਲ ਆਉਣ ਦੀ ਉਮੀਦ ਹੈ। ਵੀਡੀਓ ਕਿੱਦਾਂ ਲੱਗੀ ਦੱਸਿਓ ਜ਼ਰੂਰ, ਤਾਂ ਮੈਂ ਤੁਹਾਡੇ ਲਈ ਇਦਾਂ ਹੀ ਹੋਰ GST ਦੇ ਸ਼ੋਅ ਮੈਂ ਤੁਹਾਡੇ ਲਈ ਸਪੈਸ਼ਲ ਲੈ ਕੇ ਆਂਦਾ ਰਹਾਂ। ਤੇ ਨਾਲ ਹੀ ਨਾਲ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਜੇ ਤੁਸੀਂ, ਮਤਲਬ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਪਟਵਾਰੀ, ਇੱਕ ਸਬ ਇੰਸਪੈਕਟਰ, ਕਾਂਸਟੇਬਲ, ਇਹ ਸਾਰੇ ਪੇਪਰ ਦੀ, ਕੋਆਪਰੇਟਿਵ ਨਵਾਂ ਆਉਣ ਵਾਲਾ ਹੈ, ਨੈਬ ਦੁਬਾਰੇ ਆ ਰਿਹਾ ਹੈ, ਵੀਡੀਓ ਦੁਬਾਰੇ ਓਪਨ ਹੋ ਰਿਹਾ, ਜੇਲ੍ਹ ਵਾਰਡਰ ਆ ਰਿਹਾ, ਚੰਡੀਗੜ੍ਹ ਪੁਲਿਸ ਆ ਰਿਹਾ ਹੈ। ਅਗਲੇ ਸਾਲ ਮਾਨ ਸਾਹਿਬ ਨੇ ਜਿੱਦਾਂ ਦੱਸਿਆ ਹੋਇਆ ਜਨਵਰੀ ਵਿੱਚ ਦੁਬਾਰੇ ਸਬ ਇੰਸਪੈਕਟਰ, ਕਾਂਸਟੇਬਲ ਤੇ ਹੈੱਡ ਕਾਂਸਟੇਬਲ ਆ ਰਹੇ ਨੇ। ਤਾਂ ਪੇਪਰਾਂ ਦੀ ਤਿਆਰੀ ਤੁਸੀਂ ਕਰ ਹੀ ਰਹੇ ਹੋਣੇ। ਤਾਂ ਉਹਨਾਂ ਦੀ ਤਿਆਰੀ ਦੇਖੋ, ਪੇਪਰ ਦੀ ਤਿਆਰੀ ਇਹ ਸਿਰਫ ਐ ਨਹੀਂ ਹੁੰਦਾ ਕਿ ਕਿਤਾਬ ਖੋਲ ਕੇ ਬਹਿ ਗਏ ਤੇ ਪੜ੍ਹਨ ਲੱਗ ਗਏ। ਕਿਤਾਬਾਂ ਤਾਂ ਬਹੁਤ ਪਈਆਂ ਨੇ ਮਾਰਕੀਟ 'ਚ, ਕਿੰਨੀਆਂ ਜਨਤਾ ਨੇ ਪੜ੍ਹ ਕੇ ਕਿੰਨੇ ਪੇਪਰ ਪਾਸ ਕਰ ਲਏ, ਨਹੀਂ, ਇਹਨਾਂ ਵਿੱਚ ਚਾਹੀਦੀ ਹੈ ਇੱਕ ਸਟ੍ਰੈਟੇਜੀ।
ਤੇ ਬਿਨਾਂ ਗਾਈਡੈਂਸ ਤੋਂ ਪੇਪਰ ਪਾਸ ਕਰਨੇ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦੇ ਨੇ। ਤਾਂ ਤੁਸੀਂ ਕੋਚਿੰਗ ਇੰਸਟੀਚਿਊਟ ਵੀ ਲੱਗਦੇ ਹੋ, ਸਾਡੇ ਨਾਲ ਵੀ ਜੁੜੇ ਹੋਏ ਨੇ, ਠੀਕ ਹੈ। ਜਿਨ੍ਹਾਂ ਨੇ ਫ੍ਰੀ ਤਿਆਰੀ ਕਰਨੀ, ਜਿਨ੍ਹਾਂ ਦੀ ਤਿਆਰੀ ਵਧੀਆ ਹੈ, ਮੁਫਤ ਕਰਨਾ ਚਾਹੁੰਦੇ ਨੇ, ਸਵੇਰੇ 9 AM YouTube ਆਓ, ਫ੍ਰੀ ਆਫ ਕਾਸਟ ਕਲਾਸ ਹੁੰਦੀ ਹੈ ਮੇਰੀ। 9 AM ਕਰੰਟ ਅਫੇਅਰ ਦੀ ਕਲਾਸ ਫ੍ਰੀ ਆਫ ਕਾਸਟ ਹੈ। ਲੇਕਿਨ ਜਿਹੜਾ ਬੱਚਾ ਚਾਹੁੰਦਾ ਵੀ ਆਪਾਂ ਪਰਟੀਕੂਲਰ ਤਿਆਰੀ ਕਰੀਏ, ਬਿਲਕੁਲ ਉਸ ਪੇਪਰ ਦੇ ਕਰੀਏ, ਉਸ ਪੇਪਰ ਦੇ ਢੰਗ ਦੀ ਕਰੀਏ, ਆਪਾਂ ਕਲਾਸ ਵੀ ਲਾਈਏ, ਕ੍ਰੈਸ਼ ਕੋਰਸ ਵੀ ਲਾਈਏ, ਟੈਸਟ ਸੀਰੀਜ਼ ਵੀ ਲਈਏ ਤੇ ਗਾਈਡੈਂਸ ਵੀ ਲਈਏ, ਉਹਨਾਂ ਲਈ ਅੱਡ-ਅੱਡ ਬੈਚਿਸ ਚੱਲਦੇ ਨੇ। ਕਦੇ ਸਬ ਇੰਸਪੈਕਟਰ ਦਾ ਅੱਡ, ਕਾਂਸਟੇਬਲ ਦਾ ਅੱਡ, ਕੋਆਪਰੇਟਿਵ ਦਾ, ਨਾਇਬ ਤਹਿਸੀਲਦਾਰ ਦਾ, ਸੁਣ ਕੇ ਜਾਇਓ, ਹੈ ਨਾ। ਫਿਰ ਲੇਕਿਨ ਆਪਾਂ ਓਬਵੀਅਸ ਜੀ ਗੱਲ ਹੈ, ਘੋੜੇ ਤਾਂ ਹੈ ਨਹੀਂ, ਆਪਾਂ ਸਾਡੇ ਐ ਲੱਗਿਆ ਹੋਇਆ ਵੀ ਇੱਕ ਹੀ ਪੇਪਰ ਭਰਨਾ। ਜੇ ਐਂ ਕੋਈ ਕਰ ਰਿਹਾ ਇੱਦਾਂ ਨਾ ਕਰੇ, ਪੇਪਰ ਸਾਰੇ ਭਰਿਆ ਕਰੋ, ਕਿਉਂਕਿ ਟਾਈਮ ਦਾ ਕੁਝ ਨਹੀਂ ਪਤਾ ਲੱਗਦਾ। ਮੇਰੇ ਨਾਲ ਹੋ ਚੁੱਕਾ, ਪੇਪਰ ਪਾਸ, ਇੰਟਰਵਿਊ ਹੋਗਾ, ਡਾਕੂਮੈਂਟ ਹੋ ਗਏ, ਪੇਪਰ ਜੋ ਨਾਂ ਨਹੀਂ ਆਇਆ ਮੈਰਿਟ 'ਚ, ਬਹੁਤਿਆਂ ਨਾਲ ਹੁੰਦਾ ਇੱਦਾਂ। ਤਾਂ ਸਾਰੇ ਪੇਪਰ ਭਰਿਆ ਕਰੋ, ਕਿਤੇ ਨਾ ਕਿਤੇ ਤਾਂ ਉਂਗਲ ਫਸੀ ਜਾਊਗੀ। 5 ਉਂਗਲਾਂ ਜੇ ਘੀ 'ਚ ਘਿਓ 'ਚ ਹੋਣਗੇ, ਜਦੋਂ ਬਾਹਰ ਕੱਢੋਗੇ ਘੱਟੋ ਘੱਟ ਇੱਕ ਉੱਤੇ ਤਾਂ ਨੌਕਰੀ ਲਿਖੀ ਹੋਊਗੀ। ਤਾਂ ਸਾਰੇ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ, ਠੀਕ ਹੈ, ਸਾਰੇ ਕਲਾਸਾਂ ਹੋਣਗੀਆਂ, ਟੈਸਟ ਸੀਰੀਜ਼ ਹੋਣਗੀਆਂ, ਤਾਂ ਉਹਦੇ ਲਈ ਹੁੰਦਾ ਸਾਡੇ ਕੋਲ ਪੰਜਾਬ ਦਾ ਮਹਾਪੈਕ। ਤੇ ਜਿਹੜਾ ਅੱਜ ਮਿਲ ਰਿਹਾ ਤੁਹਾਨੂੰ 2199 ਵਿੱਚ 2 ਸਾਲਾਂ ਲਈ, ਕਿੱਦਾਂ ਡਿਸਕਾਊਂਟ ਕੋਡ ਧਿਆਨ ਰੱਖੇ, ਇਹ ਪੰਜਾਬ ਦਾ ਡਿਸਕਾਊਂਟ, ਕਿ ਤੁਹਾਡਾ ਸਾਡਾ ਸਾਰਿਆਂ ਦਾ ਕੋਡ ਹੈ Y383 Y383 ਲਾ ਕੇ। ਰੈਗੂਲਰ ਡੇਜ਼ ਤੇ ਸਪੈਸ਼ਲ ਕਿਉਂ ਹੈ ਅੱਜ? ਰੈਗੂਲਰ ਡੇਜ਼ ਤੇ ਜੇ ਕੱਲ ਐਨਰੋਲ ਕਰੋਗੇ ਨਾ, ਪੰਜਾਬ ਦਾ ਮਹਾਪੈਕ ਇੱਥੇ 14,000 ਦੀ ਥਾਂ Y383 ਲਾ ਕੇ ਹੀ, ਭਾਵੇਂ ਉਹੀ ਡਿਸਕਾਊਂਟ ਕੋਡ ਲਾ ਰਹੇ ਹੋ, ਲੇਕਿਨ 3219 ਦਾ ਪਊਗਾ, ਲੇਕਿਨ ਸਿਰਫ 1 ਸਾਲ ਲਈ। ਲੇਕਿਨ ਅੱਜ ਤੁਹਾਡੇ ਸਾਰੇ ਲਈ ਸਪੈਸ਼ਲ ਆਫਰ ਹੈ, ਉਹੀ ਮਹਾਪੈਕ, ਉਹੀ Y383 ਲਾ ਕੇ 3219 ਦੀ ਥਾਂ 2200 ਦਾ, ਤੇ 1 ਸਾਲ ਦੀ ਥਾਂ ਪੈ ਰਿਹਾ 2 ਸਾਲਾਂ ਦਾ। ਤੇ ਜਿੰਨੇ ਵੀ ਪੇਪਰ ਹੋਣਗੇ, ਉਹਦੀਆਂ ਕਲਾਸਾਂ ਹੋਣਗੀਆਂ, ਟੈਸਟ ਸੀਰੀਜ਼ ਲਾਈਵ ਜਾਂ ਰਿਕਾਰਡਡ, ਮੌਕ ਟੈਸਟ, ਅੰਗਰੇਜ਼ੀ ਸਪੀਕਿੰਗ ਕੋਰਸ, ਇੰਟਰਵਿਊ ਗਾਈਡੈਂਸ, ਤੇ ਜਿੰਨੇ ਪੁਰਾਣੇ ਪੇਪਰ ਚਲੇ ਗਏ ਨਾ, PS PCL PPSC, ਪੰਜਾਬ ਪੁਲਿਸ, PSSB, ਉਹ ਵੀ ਸਾਰਾ ਰਿਕਾਰਡਡ। ਮਤਲਬ ਇੰਨਾ ਜ਼ਿਆਦਾ ਮਟੀਰੀਅਲ। ਤੁਹਾਨੂੰ ਚਾਹੀਦਾ ਕੀ ਹੈ? ਈ ਬੁੱਕ ਚਾਹੀਦੀ ਹੈ ਪ੍ਰੈਕਟਿਸ ਲਈ, ਉਹ ਮਿਲ ਜੂਗੀ। ਟੈਸਟ ਸੀਰੀਜ਼ ਚਾਹੀਦੀ ਹੈ, ਉਹ ਮਿਲ ਜੂਗੀ। MCQ ਬੈਚ ਕਰਨਾ, ਸਿਰਫ ਸਵਾਲ ਕਰਨਾ, ਉਹ ਮਿਲ ਜੂਗੇ। ਰਿਵੀਜ਼ਨ ਕਰਨੀ ਹੈ ਬਹੁਤ ਛੇਤੀ, ਉਹ ਮਿਲ ਜੂਗੀ। ਪੂਰਾ ਡਿਟੇਲ ਵਿੱਚ ਬੈਚ ਪੜ੍ਹਨਾ ਹੈ, 2 3 4 ਵਾਰ ਪੜ੍ਹਨਾ ਹੈ, ਸਭ ਮਿਲ ਜੂਗਾ। ਕਿੰਨੇ ਵਿੱਚ? 2200 ਰੁਪਏ 'ਚ। ਕਿੱਦਾਂ? ਬਸ ਧਿਆਨ ਰੱਖਣਾ, Y383 Y383 ਕਿੱਦਾਂ ਐਨਰੋਲ ਕਰਨਾ, ਬਸ ਉਹ ਦੱਸ ਦੇਣਾ ਤੁਹਾਨੂੰ ਮੈਂ, ਠੀਕ ਹੈ। ਬੱਚੇ ਅਕਸਰ ਕਰਦੇ ਨੇ ਗਲਤੀਆਂ, 1700 ਰੁਪਏ ਦਾ ਇੱਕ ਬੈਚ ਵਿੱਚ ਐਨਰੋਲ ਕਰ ਲੂੰਗੇ, 1800 ਰੁਪਏ ਦਾ ਇੱਕ ਬੈਚ ਵਿੱਚ ਐਨਰੋਲ ਕਰ ਲੂੰਗੇ। ਜੇ 3200 ਦਾ ਮਹਾਪੈਕ ਹੈ ਤਾਂ ਸੈਂਸ ਵੀ ਬਣਦੀ ਆ। ਅੱਜ ਤਾਂ ਸੈਂਸ ਹੀ ਨਹੀਂ ਬਣਦੀ ਕੋਈ। ਆਪਾਂ ਸਿੱਧਾ ਗੂਗਲ ਤੇ ਜਾਣਾ ਹੈ, ਆਪਾਂ ਸਿੱਧਾ ਗੂਗਲ ਤੇ ਜਾ ਕੇ ਸਰਚ ਕਰਨਾ ਹੈ ਜੀ ਪੰਜਾਬ ਮਹਾਪੈਕ, ਤੇ ਪਹਿਲੇ ਹੀ ਲਿੰਕ ਤੇ ਕਰਦੇ ਆ ਜੇ ਕਲਿੱਕ। ਪਹਿਲੇ ਹੀ ਲਿੰਕ ਤੇ ਕਲਿੱਕ ਕਰਕੇ ਤੁਹਾਡੇ ਇੱਥੇ ਲਿਖਿਆ ਹੋਊਗਾ ਪੰਜਾਬ ਮਹਾਪੈਕ, ਦੱਸਦਾ ਮੈਨੂੰ ਇਹ ਰਿਹਾ ਜੀ ਪੰਜਾਬ ਮਹਾਪੈਕ, ਮੈਂ ਕਰਤਾ ਕਲਿੱਕ। ਹੁਣ ਇੱਥੇ ਜੇ ਤੁਸੀਂ ਰੇਟ ਉੱਤੇ ਝਾਤੀ ਮਾਰੋ, 2500 ਰੁਪਈਆ ਹੈ। ਆਪਾਂ ਜਾਓਗੇ ਮੋਰ ਆਫਰਸ ਉੱਤੇ, ਮੋਰ ਆਫਰ ਉੱਤੇ ਇੱਥੇ ਐਂਟਰ ਕੂਪਨ ਕੋਡ ਕਰਾਂਗੇ ਆਪਾਂ। ਕਿਹੜਾ ਕੂਪਨ ਕੋਡ ਹੈ? ਆਹ ਦੇਖੋ, ਸਾਡਾ ਕੀਬੋਰਡ ਨਹੀਂ ਚੱਲਦਾ ਪਿਆ ਵੈਸੇ ਤਾਂ, ਵੈਸੇ ਕਿਹੜਾ ਕੂਪਨ ਕੋਡ ਹੈ? ਆਪਾਂ ਰੁਕੋ 1 ਮਿੰਟ, ਮੈਂ ਤੁਹਾਨੂੰ ਦਿਖਾਊਂਗਾ। ਤਾਂ ਇਹ ਆਪਾਂ ਕੱਢ ਲਿਆ ਇਹਨਾਂ ਦਾ ਕੀਬੋਰਡ, ਆਹ ਦੇਖੋ ਜੀ ਕੀਬੋਰਡ, ਆ ਚੱਕ ਕਹਿੰਦੇ ਤਾਂ ਕੀਬੋਰਡ ਕੱਢ ਲਿਆ ਆਪਾਂ ਇਹਨਾਂ ਦਾ। ਤਾਂ ਕੀਬੋਰਡ ਜਦੋਂ ਤੁਸੀਂ ਲਾਓਗੇ ਤੇ ਤੁਸੀਂ ਜਦੋਂ ਕੂਪਨ ਕੋਡ ਭਰੋਗੇ, ਲੈ ਹੁਣ ਚੱਲ ਗਿਆ ਫਿੱਟੇ ਮੂੰਹ ਇਹਨਾਂ ਦਾ, ਮਜ਼ਾਕ ਉਹ ਵੀ ਸਾਡੇ ਨਾਲ, ਕਿਆ ਬਾਤ ਹੈ ਜੀ। ਤਾਂ Y383 Y383 ਲੱਗਦਿਆਂ ਹੀ ਆਹ ਵੇਖੋ 2500 ਦੀ ਥਾਂ ਪੈ ਗਿਆ 2300 ਰੁਪਏ ਦਾ ਪੂਰੇ 2 ਸਾਲਾਂ ਲਈ। ਹਾਂਜੀ ਮੈਂ ਕਿਹਾ 2200 ਰੁਪਏ, ਰੁਕੋ ਥਾਂਬਾ। ਤਾਂ ਆਪਾਂ ਜਾਓਗੇ ਜੀ ਅੱਡਾ 24/7 ਦੀ ਐਪ ਵਿੱਚ। ਐਪ ਵਿੱਚ ਜਾ ਕੇ ਪੰਜਾਬ ਮਹਾਪੈਕ ਲਿਖਾਂਗੇ, ਤੇ ਫਿਰ ਜਦੋਂ Y383 Y383 ਲਾਓਗੇ ਨਾ, ਉੱਥੇ Y383 ਦਾ ਇਹ ਫਾਇਦਾ ਹੋ ਜਾਊ, ਤੁਹਾਨੂੰ ਨਾਲ ਹੀ ਨਾਲ ਤੁਹਾਡੇ ਕੋਲ ਕੋਇਨਸ ਆ ਜਾਣਗੇ। ਤੇ ਕੋਇਨ ਜਦੋਂ ਲਾਓਗੇ ਤੁਹਾਨੂੰ ਇਹ 100 ਰੁਪਇਆ ਹੋਰ ਸਸਤਾ ਪੈ ਜਾਊ 2199 ਦਾ, ਤੇ 1 ਸਾਲ ਦੀ ਥਾਂ ਪੈ ਜਾਊ ਤੁਹਾਨੂੰ 2 ਸਾਲਾਂ ਦਾ। ਤਾਂ ਜੇ ਤਿਆਰੀ ਕਰਨੀ ਹੈ ਤਾਂ ਇਹ ਹੈ ਚੀਜ਼ ਤੁਹਾਡੇ ਕੋਲ, ਜਿਹੜੀ ਹੋਣੀ ਚਾਹੀਦੀ ਹੈ। ਤੇ ਕਿਉਂਕਿ ਤੁਸੀਂ Y383 Y383 ਲਾਓਗੇ, ਤੁਸੀਂ ਮੇਰੇ ਨਾਲ ਇੱਕ ਸਪੈਸ਼ਲ ਗਾਈਡੈਂਸ ਬੈਚ ਵਿੱਚ ਜੁੜ ਦੋਗੇ, ਜਿਹੜਾ ਕਿ ਫ੍ਰੀ ਆਫ ਕਾਸਟ ਹੋਊਗਾ। ਹੁਣ ਦੇਖੋ, ਅਸੀਂ ਆਨਲਾਈਨ ਪੜ੍ਹਦੇ ਹੁੰਦੇ ਆ, ਹੈ ਨਾ। ਆਨਲਾਈਨ ਪੜ੍ਹਨ ਦਾ ਇੱਕ ਪ੍ਰੋਬਲਮ ਹੈ, ਤੁਸੀਂ ਤਾਂ ਮੈਨੂੰ ਦੇਖ ਸਕਦੇ ਹੋ, ਮੈਂ ਤੁਹਾਨੂੰ ਨਹੀਂ ਦੇਖ ਸਕਦਾ, ਹੈ ਨਾ। ਅਸੀਂ ਗੱਲਬਾਤ ਨਹੀਂ ਕਰ ਸਕਦੇ, ਮਤਲਬ ਤੁਹਾਨੂੰ ਟਾਈਪ ਕਰਨਾ ਪੈਂਦਾ। ਲੇਕਿਨ ਜਦੋਂ ਤੁਸੀਂ Y383 ਲਾਓਗੇ, ਤੁਸੀਂ ਸਪੈਸ਼ਲ ਇੱਕ ਗਾਈਡੈਂਸ ਬੈਚ ਵਿੱਚ ਜੁੜੋਗੇ ਫ੍ਰੀ ਆਫ ਕਾਸਟ, ਜਿਹਦੇ ਵਿੱਚ ਆਪਣੀ ਗੱਲਬਾਤ ਹੋਗੀ ਇੱਦਾਂ ਵੀਡੀਓ ਕਾਲ ਉੱਤੇ। ਆ ਪਿਛਲੀ ਕਲਾਸ ਦੀ ਫੋਟੋ ਲੈ ਕੇ ਆਇਆ ਹੋਇਆ ਮੈਂ, ਇੱਦਾਂ ਆਪਣੀ ਗੱਲਬਾਤ ਹੋ ਗਈ, ਜਨਰਲ ਗੱਲਾਂ। ਦੇਖੋ ਯਾਰ, ਮੈਥ ਦੇ ਡਾਊਟ ਹੋ ਗਏ, ਰੀਜ਼ਨਿੰਗ ਦੇ ਡਾਊਟ ਹੋ ਗਏ, ਪੰਜਾਬ ਜੀ ਕੇ ਕਰੰਟ ਅਫੇਅਰ ਡਾਊਟ ਹੋ ਗਏ, ਉਹ ਨਿਕਲ ਜਾਂਦੇ ਨੇ, ਲੇਕਿਨ ਗਾਈਡੈਂਸ ਨਹੀਂ ਹੁੰਦੀ। ਹੁਣ ਵਿਰਾਟ ਕੋਹਲੀ ਨੂੰ ਕਿਹੜਾ ਕ੍ਰਿਕਟ ਖੇਡਣਾ ਨਹੀਂ ਆਉਂਦਾ? ਰਾਹੁਲ ਦ੍ਰਵਿੜ ਕਿਉਂ ਰੱਖਿਆ ਹੋਇਆ? ਕਹਿੰਦੇ ਮਟਰ ਛਿੱਲਣ ਨੂੰ, ਜਾਂ ਮੂੰਗਫਲੀ ਛਿੱਲਣ ਕੇ ਕਰਕੇ ਆਹ ਖਾ ਲੈ, ਉਹ ਰੱਖਿਆ ਗਾਈਡੈਂਸ ਲਈ। ਇਹ ਸੀਗਾ ਗਾਈਡੈਂਸ ਵਾਲਾ ਸੈਸ਼ਨ। ਤਾਂ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਗਾਈਡੈਂਸ ਵਾਲੇ ਸੈਸ਼ਨ ਦੇ ਵਿੱਚ, ਤਾਂ ਅੱਜ ਬਹੁਤ ਵਧੀਆ ਮੌਕਾ ਹੈ, ਕਿਉਂਕਿ ਇਹ ਸਿਰਫ ਪੰਜਾਬ ਦੇ ਮਹਾਪੈਕ ਵਾਲੇ ਬੱਚਿਆਂ ਲਈ ਹੈ। ਤੇ ਜਦੋਂ ਮਹਾਪੈਕ ਵਿੱਚ ਤੁਸੀਂ Y383 Y383 ਵਰਤਿਆ, ਤਾਂ ਤੁਹਾਨੂੰ ਪੂਰੇ 2 ਸਾਲਾਂ ਲਈ ਮਹਾਪੈਕ ਮਿਲ ਰਿਹਾ ਹੈ, ਤੇ 2200 ਰੁਪਏ 'ਚ ਮਿਲ ਰਿਹਾ ਹੈ, ਤੇ ਮੇਰੇ ਨਾਲ ਸਪੈਸ਼ਲ ਗਾਈਡੈਂਸ ਵਾਲੇ ਬੈਚ 'ਚ ਆਉਣ ਦਾ ਵੀ ਮੌਕਾ। ਧਿਆਨ ਕੀ ਰੱਖਣੀ ਬਸ ਚੀਜ਼, ਇਹ Y383 Y383। ਸਤਿ ਸ਼੍ਰੀ ਅਕਾਲ, ਆਲ ਦਾ ਬੈਸਟ ਐਂਡ ਬਾਏ ਬਾਏ।